दोहरा करद शीघ्रता दल चढ़े गुर खोजन के काज। भीम चंद का इल पयो हटे गिरन गिर राज। सतनाम श्री वाहिगुरु साहिब जीओ। एक दुती गुरु नानक देवा ओंकार गुर अंगद पीवा। सतनाम गुर अमर प्यारी करता रामदास निर्वारी। पुरख श्री अर्जुन सुखदानी निरभौ हर गोबिंद वखानी। निर्वैर गुरु है श्री हर राई अकाल मूरत हर कृष्ण ते आए। अजूनी तेग बहादुर राए सहभंग श्री दशमेश सहाये। गुर प्रसाद ग्रंथ गुर ज्ञाना वाहिगुरु बंधन भगवाना। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, जितने भी आप माई भाई नेमी प्रेमी दूरों नेड़ियों चल करके महापुरखों की पावन पवित्र अस्थान अथवा गुरु बाबा जियां दी सचखंड दरबार दे विच पहुँचे हो। सब सतगुरां दे चरनां दे विच हाजरियां लवाउण दे वास्ते चित विरती नूं बाहरों एकागर करन दी खेचल करो। धन धन साहिब श्री गुरु गोबिंद सिंह जी महाराज जियां दी पावन पवित्र कथा चल रही है। पिछले प्रकरण दे विच असी यह विचार सरवण कीती कि धन धन साहिब श्री गुरु गोबिंद सिंह जी महाराज चमकौर साहिब दी कच्ची गढ़ी चों बाहर आए और तुरकां अते पहाड़ियां दियां फौजां नूं वंगारदे होए और ताड़ी वजा के ये ललकार के सतगुरु इस स्थान तो आ जाते हैं। इन्हां तुरकां दियां फौजां जो चारे पासे चमकौर दी कच्ची गढ़ी दे फैलियां होईयां सन, ये आवाज़ा सुन के दौड़ दौड़ के आउंदे हन और गुरु जी आवाज़ा दे के एक पासे निकल जाते हैं अते इन्हां दियां फौजां आपस में भिड़ जांदियां हन। रात दे समय गाढ़ा अंधेरा होने के कारण इन्हां नूं कुछ भी पता नहीं चलता। आपस में दोनों पासियां तो हथियार चलते हैं। बड़े इन्हां दे योधे सूरमे आपस में ही लड़ के कट वढ़ के मर जाते हैं। ਤਾਂ ਸਤਿਗੁਰੂ ਮਹਾਰਾਜ ਇੱਥੋਂ ਚੱਲ ਕੇ ਫਿਰ ਮਾਛੀਵਾੜੇ ਦੇ ਵੱਲ ਆਉਂਦੇ ਹਨ ਤੇ ਪਿੱਛੇ ਤਿੰਨ ਸਿੰਘ ਜੋ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਇਸ ਕੱਚੀ ਗੜੀ ਚੋਂ ਬਾਹਰ ਆਏ ਸਨ, ਭਾਈ ਮਾਨ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ, ਉਹ ਵੀ ਇਸ ਟਾਈਮ ਜਦ ਸਤਿਗੁਰੂ ਮਹਾਰਾਜ ਜੀਆਂ ਨੇ ਤੁਰਕਾਂ ਨੂੰ ਵੰਗਾਰ ਕੇ ਆਉਣਾ ਕੀਤਾ ਤਾਂ ਉਸ ਟਾਈਮ ਉਹ ਵੀ ਸਤਿਗੁਰੂ ਮਹਾਰਾਜ ਜੀਆਂ ਤੋਂ ਵਿਛੜ ਜਾਂਦੇ ਹਨ।
ਤਾਂ ਉਹ ਤਿੰਨੋਂ ਸਿੰਘ ਸਤਿਗੁਰੂ ਮਹਾਰਾਜ ਜੀਆਂ ਤੋਂ ਵਿਛੜੇ, ਭਾਵੇਂ ਇਹਨਾਂ ਤੁਰਕਾਂ ਦੀਆਂ ਫੌਜਾਂ 'ਚੋਂ ਉਹ ਵੀ ਬਾਹਰ ਨਿਕਲ ਜਾਂਦੇ ਹਨ ਤੇ ਸਤਿਗੁਰੂ ਮਹਾਰਾਜ ਜੀਆਂ ਦੀ ਖੋਜ ਕਰਦੇ ਹਨ। ਪਿੱਛੇ ਜੋ 2 ਸਿੰਘ ਚਮਕੌਰ ਦੀ ਕੱਚੀ ਗੜ੍ਹੀ ਦੇ ਵਿੱਚ ਗੁਰੂ ਮਹਾਰਾਜ ਜੀਆਂ ਨੇ ਛੱਡੇ ਸਨ, ਤਾਇਨਾਤ ਕੀਤੇ ਸਨ, ਭਾਈ ਸੰਤ ਸਿੰਘ ਜੀ ਅਤੇ ਭਾਈ ਸੰਗਤ ਸਿੰਘ ਜੀ। ਇਹ ਦੋਨੇ ਯੋਧੇ ਸੂਰਮੇ ਉਸ ਕੱਚੀ ਗੜ੍ਹੀ ਦੇ ਵਿੱਚ ਡਟ ਕੇ ਤੁਰਕਾਂ ਦਾ ਮੁਕਾਬਲਾ ਕਰਦੇ ਹਨ। ਤਾਂ ਰਾਤ ਦੇ ਸਮੇਂ ਇਹਨਾਂ ਤੁਰਕਾਂ ਅਤੇ ਪਹਾੜੀਆਂ ਦੀਆਂ ਫੌਜਾਂ ਨੂੰ ਪਤਾ ਚੱਲਿਆ ਕਿ ਇਸ ਗੜ੍ਹੀ ਦੇ ਵਿੱਚ ਹੁਣ ਬਹੁਤੇ ਸਿੰਘ ਨਹੀਂ ਹਨ, ਬਹੁਤੇ ਥੋੜ੍ਹੇ ਹੀ ਮਹਿਸੂਸ ਹੁੰਦੇ ਹਨ। ਤਾਂ ਸਵੇਰ ਹੁੰਦਿਆਂ ਹੀ ਇਹਨਾਂ ਨੇ ਸਾਰਾ ਭੇਤ ਲਿਆ ਕਿ ਚਮਕੌਰ ਦੀ ਗੜ੍ਹੀ ਹੁਣ ਬਿਲਕੁਲ ਖਾਲੀ ਹੀ ਹੋ ਚੁੱਕੀ ਹਨ, ਬਹੁਤ ਥੋੜ੍ਹੀ ਗਿਣਤੀ ਦੇ ਸਿੰਘ ਅੰਦਰ ਹਨ। ਤਾਂ ਇਹਨਾਂ ਨੇ ਆਪਸ ਵਿੱਚ ਬੜਾ ਜ਼ਬਰਦਸਤ ਹਮਲਾ ਕੀਤਾ। ਚਾਰੇ ਪਾਸਿਆਂ ਤੋਂ ਇਸ ਕੱਚੀ ਗੜ੍ਹੀ ਦੀਆਂ ਕੰਧਾਂ ਦੇ ਉੱਪਰ ਹੱਥ ਪਾ ਪਾ ਕੇ ਚੜ੍ਹਨ ਦੀ ਕੋਸ਼ਿਸ਼ ਕੀਤੀ। ਤਾਂ ਦੋਨੋਂ ਸਿੰਘ ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਜੀ, ਉਹ ਫਿਰ ਵੀ ਡਟ ਕੇ ਮੁਕਾਬਲਾ ਕਰਦੇ ਹਨ। ਇਹ ਜੋ ਤੁਰਕ ਪਹਾੜੀਏ ਇਹ ਚਮਕੌਰ ਦੀ ਕੱਚੀ ਗੜ੍ਹੀ 'ਤੇ ਉੱਪਰ ਚੜ੍ਹਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਇਹਨਾਂ ਨੂੰ ਬੰਦੂਕਾਂ ਅਤੇ ਤੀਰਾਂ ਦੇ ਨਾਲ ਇਸ ਧਰਤੀ 'ਤੇ ਮਾਰ ਗਿਰਾਉਂਦੇ ਹਨ। ਤਾਂ ਆਖਰਕਾਰ ਉਹ ਬੜੀ ਭਾਰੀ ਗਿਣਤੀ ਦੇ ਵਿੱਚ ਹੋਣ ਦੇ ਕਾਰਨ ਇਸ ਗੜ੍ਹੀ ਦੀਆਂ ਕੰਧਾਂ ਦੇ ਉੱਪਰ ਚੜ੍ਹਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ ਔਰ ਇਸ ਗੜ੍ਹੀ 'ਤੇ ਅੰਦਰ ਕੁੱਦ ਜਾਂਦੇ ਹਨ। ਬੜੀ ਭਾਰੀ ਗਿਣਤੀ ਦੇ ਵਿੱਚ ਚਾਰੇ ਪਾਸਿਓਂ ਚਮਕੌਰ ਦੀ ਕੱਚੀ ਗੜ੍ਹੀ ਦੇ ਵਿੱਚ ਇਹਨਾਂ ਤੁਰਕਾਂ ਦੀਆਂ ਫੌਜਾਂ ਜਦ ਪਹੁੰਚਦੀਆਂ ਹਨ ਤੇ ਗੁਰੂ ਕੇ ਯੋਧੇ ਸੂਰਮੇ ਫਿਰ ਵੀ ਡਟ ਕੇ ਮੁਕਾਬਲਾ ਕਰਦੇ ਹਨ। ਨੇੜੇ ਆਇਆ ਜਾਣ ਕੇ ਇਹਨਾਂ ਨੇ ਬੰਦੂਕਾਂ ਅਤੇ ਤਲਵਾਰਾਂ, ਬਾਹਿਰੋਂ ਬੰਦੂਕਾਂ ਅਤੇ ਤੀਰਾਂ ਨੂੰ ਚਲਾਉਣਾ ਠੀਕ ਨਾ ਸਮਝਿਆ। ਆਪਣੀਆਂ ਕਿਰਪਾਨਾਂ ਧੂ ਲਈਆਂ, ਕੱਢ ਲਈਆਂ। ਇਹਨਾਂ ਕਿਰਪਾਨਾਂ ਦੇ ਨਾਲ ਯੁੱਧ ਕੀਤਾ ਤੇ ਉਸ ਟਾਈਮ ਵੀ ਬੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਵਲ 2 ਸਿੰਘਾਂ ਨੇ ਹੀ ਇਹਨਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਆਖਰਕਾਰ ਇਹਨਾਂ ਦੋਨਾਂ ਸਿੰਘਾਂ ਦੇ ਸਰੀਰਾਂ ਦੇ ਉੱਪਰ ਵੀ ਬੜੇ ਫੱਟ ਲੱਗ ਜਾਂਦੇ ਹਨ, ਬੜਾ ਖੂਨ ਵਹਿ ਤੁਰਦਾ ਹੈ। ਸਰੀਰ ਦੇ ਉੱਪਰ ਪਹਿਨੇ ਹੋਏ ਕੱਪੜੇ ਵੀ ਲਾਲ ਰੰਗ ਦੇ ਰੱਤੇ ਜਾਂਦੇ ਹਨ। ਬੜੇ ਫੱਟ ਲੱਗਣ ਦੇ ਕਾਰਨ, ਜ਼ਖਮ ਹੋਣ ਦੇ ਕਾਰਨ ਇਹਨਾਂ ਦੇ ਸਰੀਰ ਖੂਨ ਦੇ ਨਾਲ ਲੇਤੂ ਪੇਤੂ ਹੋ ਜਾਂਦੇ ਹਨ। ਆਖਰਕਾਰ 1 ਲੱਖ ਤੇ ਇਹਨਾਂ ਦੀਆਂ ਹਜ਼ਾਰਾਂ ਕਿਰਪਾਨਾਂ ਚੱਲਣ ਦੇ ਕਾਰਨ ਇਹ ਦੋਨੇ ਸਿੰਘ ਆਖਰੀ ਦਮ ਤੱਕ ਡਟ ਕੇ ਲੜਦੇ ਹੋਏ ਸ਼ਹੀਦ ਹੋ ਜਾਂਦੇ ਹਨ। ਜਦ ਇਸ ਤਰ੍ਹਾਂ ਦੋਨੇ ਸਿੰਘ ਸ਼ਹੀਦ ਹੋਏ ਤਾਂ ਭਾਈ ਸੰਤ ਸਿੰਘ ਜੀਆਂ ਦੇ ਸੀਸ ਦੇ ਉੱਪਰ ਕਲਗੀ ਜਿਗਾ ਲੱਗਿਆ ਦੇਖ ਕੇ, ਜੋ ਸਤਿਗੁਰੂ ਮਹਾਰਾਜ ਇਸ ਕੱਚੀ ਗੜ੍ਹੀ ਤੋਂ ਜਾਣ ਦੇ ਸਮੇਂ ਹੀ ਪੰਥ ਨੂੰ ਗੁਰਤਾ ਗੱਦੀ ਦੇ ਚੱਲੇ ਸਨ, 5 ਸਿੰਘਾਂ ਦੇ ਵਿੱਚੋਂ ਭਾਈ ਸੰਤ ਸਿੰਘ ਜੀਆਂ ਨੂੰ ਕਲਗੀ ਜਿਗਾ ਦਿੱਤੀ ਸੀ, ਬਖਸ਼ੀ ਸੀ, ਆਪਣੇ ਹੱਥੀਂ ਸਜਾਈ ਸੀ। ਇਹਨਾਂ ਨੇ ਜਾਣਿਆ ਕਿ ਇਹ ਧੰਨ ਗੁਰੂ ਗੋਬਿੰਦ ਸਿੰਘ ਜੀਆਂ ਦਾ ਸਰੀਰ ਹੈ, ਕਿਉਂਕਿ ਭਾਈ ਸੰਤ ਸਿੰਘ ਜੀਆਂ ਦੀ ਨੁਹਾਰ ਬਿਲਕੁਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੀ ਤਰ੍ਹਾਂ ਹੀ ਪੈਂਦੀ ਸੀ। ਉਹਨਾਂ ਦੇ ਸਮੇਤ ਹੀ ਭਾਈ ਸੰਤ ਸਿੰਘ ਜੀਆਂ ਦਾ ਚਿਹਰਾ ਮੋਹਰਾ ਬਣਿਆ ਹੋਇਆ ਸੀ। ਤਾਂ ਇਹ ਜਾਣ ਕੇ ਬੜੇ ਖੁਸ਼ ਹੋਏ। ਖਵਾਜਾ ਮਰਦੂਦ ਜੋ ਦਿੱਲੀ ਦਾ ਸੂਬਾ ਸੀ, ਇਹ ਵੀ ਬੜਾ ਦੌੜਿਆ ਆਇਆ। ਇਸ ਨੂੰ ਪਤਾ ਚੱਲਿਆ ਜਦ, ਕਿਉਂਕਿ ਇਹ ਆਪਣੀਆਂ ਸੈਨਾ ਤੋਂ ਪਿੱਛੇ ਹੋ ਕੇ ਲੜਦੇ ਸਨ, ਅੱਗੇ ਆਪਣੀਆਂ ਸੈਨਾ ਫੌਜਾਂ ਨੂੰ ਭੇਜਦੇ, ਆਪ ਦੂਰ ਖੜੇ ਰਹਿੰਦੇ ਸਨ। ਹੁਣ ਪਤਾ ਚੱਲਿਆ ਕਿ ਜੰਗ ਫਤਿਹ ਹੋ ਚੁੱਕਿਆ ਹੈ, ਗੁਰੂ ਜੀਆਂ ਨੂੰ ਸ਼ਹੀਦ ਕਰ ਦਿੱਤਾ ਹੈ। ਇਹ ਬੜੇ ਦੌੜ ਕੇ ਆਉਂਦਾ ਹੈ। ਇਹ ਆ ਕੇ ਜਦ ਦੇਖਦਾ ਹੈ ਭਾਈ ਸੰਤ ਸਿੰਘ ਜੀਆਂ ਦਾ ਸਰੀਰ, ਭਾਈ ਸੰਗਤ ਸਿੰਘ ਜੀਆਂ ਦਾ ਸਰੀਰ ਪਿਆ ਹੈ, ਤਾਂ ਗੁਰੂ ਮਹਾਰਾਜ ਜੀਆਂ ਦਾ ਸਰੀਰ ਜਾਣ ਕੇ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ। ਤਾਂ ਕਹਿਣ ਲੱਗਿਆ ਕਿ ਦੇਖੋ, ਇਹ ਗੁਰੂ ਜੀਆਂ ਨੇ ਬੜਾ ਭਿਆਨਕ ਜੰਗ ਕੀਤਾ, ਆਪਣੀਆਂ ਲੱਖਾਂ ਫੌਜਾਂ ਨੂੰ ਇਸ ਅਸਥਾਨ 'ਤੇ ਮੌਤ ਦੇ ਘਾਟ ਉਤਾਰ ਦਿੱਤਾ, ਆਪਣਾ ਬੜਾ ਲਸ਼ਕਰ ਗਾਲ ਦਿੱਤਾ। ਆਖਰਕਾਰ ਆਪਣੀ ਜਿੱਤ ਪ੍ਰਾਪਤ ਹੋਈ, ਆਪਾਂ ਨੂੰ ਜਿੱਤ ਪ੍ਰਾਪਤ ਹੋਈ।
ਆਪਾਂ ਨੇ ਗੁਰੂ ਜੀਆਂ ਨੂੰ ਸ਼ਹੀਦ ਕਰ ਹੀ ਲਿਆ ਹੈ। ਤਾਂ ਆਪਣੇ ਵੱਲੋਂ ਹੁਕਮ ਦਿੱਤਾ ਕਿ ਇਹ ਦੋਨੇ ਸਰੀਰਾਂ ਦੇ ਉੱਪਰੋਂ ਸੀਸ ਅਲੱਗਾ ਕਰ ਦੇਵੋ, ਕੱਟ ਲਵੋ, ਤਾਂ ਕਿ ਇਹ ਦੋਨੇ ਸੀਸ ਆਪਾਂ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਭੇਜਦੇ ਹਾਂ। ਇੱਕ ਊਠ ਦੇ ਸਵਾਰ ਨੂੰ ਤਿਆਰ ਕੀਤਾ ਜੋ ਦਿਨ ਰਾਤ ਚੱਲਣ ਵਾਲਾ ਸੀ। ਊਠ ਸਵਾਰ ਨੂੰ ਤਿਆਰ ਕੀਤਾ ਕਿ ਇਸ ਊਠ ਦੇ ਉੱਪਰ ਸਵਾਰ ਹੋ ਕੇ ਬੜੀ ਛੇਤੀ ਦੇ ਨਾਲ ਇਹਨਾਂ ਦੇ ਸੀਸ ਬਾਦਸ਼ਾਹ ਦੇ ਪਾਸ ਲੈ ਕੇ ਜਾਵੋ ਅਤੇ ਫਤਿਹ ਦੀ ਖਬਰ ਸੁਣਾਵੋ ਕਿ ਉਹ ਜੰਗ ਫਤਿਹ ਹੋ ਚੁੱਕਿਆ ਹੈ, ਗੁਰੂ ਜੀਆਂ ਨੂੰ ਅਸੀਂ ਸ਼ਹੀਦ ਕਰ ਲਿਆ ਹੈ। ਤਾਂ ਜਦ ਇਸ ਤਰ੍ਹਾਂ ਕਰਕੇ ਊਠ ਸਵਾਰ ਨੂੰ ਇਹ ਸੀਸ ਦੇ ਕੇ ਭੇਜ ਦਿੱਤੇ ਕਿ ਦਿਨ ਰਾਤ ਚੱਲਦਾ ਰਹੀ, ਬੜੀ ਛੇਤੀ ਪਹੁੰਚ ਜਾਵੀ। ਇਹ ਆਪਸ ਵਿੱਚ ਰੌਲਾ ਗੋਲਾ ਪਾ ਕੇ ਆਪਣੇ ਡੇਰਿਆਂ ਦੇ ਵਿੱਚ ਵਾਪਸ ਆਏ। ਤਾਂ ਇਹਨਾਂ ਦੇ ਵਿੱਚੋਂ ਕੋਈ ਮੁਗਲ ਪਠਾਨ ਗੁਰੂ ਮਹਾਰਾਜ ਜੀਆਂ ਦਾ ਵਾਕਫ ਸੀ। ਉਹਨਾਂ ਨੇ ਇਹ ਦੱਸਣਾ ਕੀਤਾ ਕਿ ਤੁਸੀਂ ਕਿਉਂ ਇੰਨੇ ਖੁਸ਼ ਹੁੰਦੇ ਹੋ, ਪ੍ਰਸੰਨ ਹੁੰਦੇ ਹੋ, ਔਰ ਤੁਸੀਂ ਜੋ ਕਹਿੰਦੇ ਆ ਨਾ ਕਿ ਅਸੀਂ ਗੁਰੂ ਜੀਆਂ ਨੂੰ ਸ਼ਹੀਦ ਕਰ ਲਿਆ, ਗੁਰੂ ਜੀ ਤੁਹਾਡੇ ਤੋਂ ਅਜੇ ਵੀ ਸ਼ਹੀਦ ਨਹੀਂ ਹੋਏ ਹਨ। ਔਰ ਜਿਹੜਾ ਸੀਸ ਤੁਸੀਂ ਬਾਦਸ਼ਾਹ ਦੇ ਪਾਸ ਭੇਜਿਆ ਹੈ ਨਾ, ਉਹ ਗੁਰੂ ਜੀ ਦਾ ਸੀਸ ਨਹੀਂ ਹੈ, ਅਸੀਂ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਜਾਣਦੇ ਹਾਂ। ਜਿਸ ਟਾਈਮ ਇਸ ਸਥਾਨ ਤੋਂ ਤਾੜੀ ਮਾਰ ਕੇ ਉੱਚੀ ਆਵਾਜ਼ ਦੇ ਕੇ ਆਪਾਂ ਨੂੰ ਕਹਿ ਕੇ ਲਲਕਾਰ ਕੇ ਇੱਥੋਂ ਗੁਰੂ ਜੀ ਗਏ ਸਨ ਨਾ, ਤਾਂ ਉਸੇ ਟਾਈਮ ਇਸ ਚਮਕੌਰ ਸਾਹਿਬ ਤੋਂ ਬਾਹਰ ਨਿਕਲ ਗਏ ਸਨ। ਤੁਹਾਨੂੰ ਬੜਾ ਭੁਲੇਖਾ ਹੈ, ਭਰਮ ਹੈ ਕਿ ਅਸੀਂ ਗੁਰੂ ਜੀਆਂ ਨੂੰ ਸ਼ਹੀਦ ਕਰ ਲਿਆ। ਪਰ ਜਿਸ ਤਰ੍ਹਾਂ ਕੋਈ ਆਕਾਸ਼ੀ ਬਿਜਲੀ ਨੂੰ ਫੜ ਨਹੀਂ ਸਕਦਾ ਹੈ ਨਾ, ਉਸੇ ਤਰ੍ਹਾਂ ਕੋਈ ਗੁਰੂ ਜੀਆਂ ਨੂੰ ਵੀ ਫੜ ਨਹੀਂ ਸਕਦਾ, ਪਕੜ ਨਹੀਂ ਸਕਦਾ, ਸ਼ਹੀਦ ਨਹੀਂ ਕਰ ਸਕਦਾ। ਫਿਰ ਕਹਿਣ ਲੱਗੇ ਜਿਸ ਤਰ੍ਹਾਂ ਪਾਰਾ ਉਂਗਲ ਦੇ ਥੱਲੇ ਦਬਾਇਆ ਕਦੇ ਵੀ ਦਬਦਾ ਨਹੀਂ ਹੈ, ਤੇ ਉਹ ਇੱਧਰ ਉੱਧਰ ਦੌੜ ਜਾਂਦਾ ਹੋ ਜਾਂਦਾ ਹੈ, ਜਾਂ ਇਸ ਪਾਰੇ ਦੇ ਛੋਟੇ ਛੋਟੇ ਟੁਕੜੇ ਹੁੰਦੇ ਹਨ, ਪਰ ਉਂਗਲ ਦੇ ਥੱਲੇ ਕਦੇ ਵੀ ਪਾਰਾ ਦੱਬਿਆ ਨਹੀਂ ਜਾਂਦਾ। ਇਸ ਤਰ੍ਹਾਂ ਗੁਰੂ ਜੀਆਂ ਨੂੰ ਕਦੇ ਪਕੜਿਆ ਜਾਂ ਸ਼ਹੀਦ ਨਹੀਂ ਕੀਤਾ ਜਾ ਸਕਦਾ। ਉਹ ਬੜੀ ਕਰਾਮਾਤ ਦੇ ਧਨੀ ਹਨ। ਤਾਂ ਜਦ ਇਹਨਾਂ ਉਮਰਾਵਾਂ ਨੂੰ ਪਤਾ ਚੱਲਿਆ, ਇਹ ਵੀ ਬੜੇ ਸੰਸ਼ੇ ਦੇ ਵਿੱਚ ਹੋਏ, ਕਹਿੰਦੇ ਫਿਰ ਹੁਣ ਕੀ ਕੀਤਾ ਜਾਵੇ। ਤਾਂ ਇਹਨਾਂ ਆਪਸ ਵਿੱਚ ਉਮਰਾਵਾਂ ਨੇ ਮਿਲ ਕੇ ਸਲਾਹ ਕੀਤੀ ਕਿ ਹੁਣ ਆਪਣਾ ਲਸ਼ਕਰ ਚਾਰੇ ਪਾਸੇ ਫੈਲਾ ਦਿੱਤਾ ਜਾਵੇ, ਭੇਜ ਦਿੱਤਾ ਜਾਵੇ, ਤਾਂ ਕਿ ਜਿੱਥੇ ਕਿੱਥੇ ਵੀ ਗੁਰੂ ਜੀ ਚਲੇ ਗਏ ਹਨ ਉਹਨਾਂ ਨੂੰ ਪਕੜੀਏ ਜਾਂ ਸ਼ਹੀਦ ਕਰ ਦਈਏ, ਔਰ ਬੜੀ ਛੇਤੀ ਦੇ ਨਾਲ ਬਾਦਸ਼ਾਹ ਦੇ ਪਾਸ ਉਹਨਾਂ ਦਾ ਸੀਸ ਭੇਜ ਕੇ ਬਾਦਸ਼ਾਹ ਤੋਂ ਇਨਾਮ ਪ੍ਰਾਪਤ ਕਰੀਏ। ਤਾਂ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਆਪਣਾ ਸਾਰਾ ਲਸ਼ਕਰ ਇੱਧਰ ਉੱਧਰ ਚਾਰੇ ਪਾਸੇ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਫੈਲਾ ਦਿੱਤਾ, ਭੇਜ ਦਿੱਤਾ। ਭਾਈ ਸੰਤੋਖ ਸਿੰਘ ਜੀ ਇਸ ਸਥਾਨ 'ਤੇ ਲਿਖਦੇ ਹਨ ਕਿ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਹਨ ਮੇਰੇ ਕਲਗੀਆਂ ਵਾਲੇ ਪਾਤਸ਼ਾਹ। ਇਤਿਹਾਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਦੋਹਰਾ ਕਰਤ ਸ਼ੀਘਰਤਾ ਦਲ ਚੜੇ ਗੁਰ ਖੋਜਨ ਕੇ ਕਾਜ। ਜਦ ਇਹਨਾਂ ਤੁਰਕਾਂ ਅਤੇ ਪਹਾੜੀਆਂ ਦੀਆਂ ਸੈਨਾ ਨੂੰ ਪਤਾ ਚੱਲਿਆ ਕਿ ਗੁਰੂ ਮਹਾਰਾਜ ਜੀਆਂ ਦਾ ਸੀਸ ਨਹੀਂ ਹੈ ਜੋ ਅਸੀਂ ਬਾਦਸ਼ਾਹ ਦੇ ਪਾਸ ਭੇਜ ਦਿੱਤਾ ਹੈ, ਇਹ ਤਾਂ ਉਹਨਾਂ ਦੇ ਕੋਈ ਮੋਹਤਵਾਰ ਕੋਈ ਮੁਖੀ ਸਿੰਘ ਦਾ ਸੀਸ ਹੈ। ਤਾਂ ਇਹਨਾਂ ਨੂੰ ਪਤਾ ਚੱਲਿਆ ਤੇ ਬੜੇ ਭਰਮ ਦੇ ਵਿੱਚ ਹੋ ਕੇ ਸਹਿਤ ਹੋ ਕੇ ਕਹਿਣ ਲੱਗੇ ਹੁਣ ਕੀ ਕੀਤਾ ਜਾਵੇ। ਤਾਂ ਸਲਾਹ ਕੀਤੀ ਕਿ ਹੁਣ ਆਪਣਾ ਲਸ਼ਕਰ ਚਾਰੇ ਪਾਸੇ ਫੈਲਾ ਦਿੱਤਾ ਜਾਵੇ, ਭੇਜ ਦਿੱਤਾ ਜਾਵੇ, ਤਾਂ ਕਿ ਜਿੱਥੇ ਕਿੱਥੇ ਵੀ ਗੁਰੂ ਜੀ ਹੋਣ ਉਹਨਾਂ ਨੂੰ ਲੱਭ ਕੇ ਪਕੜਿਆ ਜਾਵੇ ਜਾਂ ਕਰ ਸ਼ਹੀਦ ਕਰ ਦਿੱਤਾ ਜਾਵੇ। ਭੀਮ ਚੰਦ ਕਾ ਇਲ ਪਇਓ ਹਟੇ ਗਿਰਨ ਗਿਰ ਰਾਜ। ਇਸੇ ਜੰਗ ਦੇ ਦਰਮਿਆਨ ਜੋ ਪਹਾੜੀ ਰਾਜਿਆਂ ਦਾ ਮੁਖੀ ਬਣਿਆ ਹੋਇਆ ਸੀ ਭੀਮ ਚੰਦ ਨਾਮ ਕਰਕੇ, ਭੀਮ ਚੰਦ ਕੈਲੂਰੀਆ, ਉਹ ਪਹਾੜੀ ਰਾਜਿਆਂ ਦੇ ਵਿੱਚੋਂ ਮੁੱਖ ਬਣਿਆ ਹੋਇਆ ਸੀ। ਔਰ ਉਹ ਵੀ ਇਸ ਜੰਗ ਦੇ ਵਿੱਚ
ਜ਼ਖਮੀ ਹੋ ਜਾਂਦਾ ਹੈ, ਫੱਟੜ ਹੋ ਜਾਂਦਾ ਹੈ। ਜ਼ਖਮੀ ਹੋਣ ਦੇ ਕਾਰਨ ਉਹ ਹੁਣ ਇਸ ਚਮਕੌਰ ਸਾਹਿਬ ਤੋਂ ਅੱਗੇ ਨਹੀਂ ਜਾਂਦਾ, ਵਾਪਸ ਹੀ ਮੁੜਨ ਦੇ ਵਾਸਤੇ ਵਿਚਾਰਾਂ ਕਰਦਾ ਹੈ। ਚੌਪਈ ਪਏ ਸੁਮਾਰ ਹਜ਼ਾਰੋਂ ਮਰੇ। ਇਸ ਜੰਗ ਦੇ ਵਿੱਚ ਬਹੁਤ ਹਜ਼ਾਰਾਂ ਹੀ ਜ਼ਖਮੀ ਹੋਏ ਪਏ ਹਨ, ਫੱਟੜ ਹੋਏ ਹਨ, ਔਰ ਬਹੁਤ ਸਾਰੇ ਤੁਰਕ ਅਤੇ ਪਹਾੜੀਏ ਇਸ ਜੰਗ ਦੇ ਵਿੱਚ ਹੀ ਆਪਣੇ ਸਰੀਰ ਦੇ ਪ੍ਰਾਣ ਤਿਆਗ ਗਏ ਹਨ। ਗਿਰ ਕੀ ਦਿਸ਼ ਗਿਰਪਦ ਸਭ ਮੁਰੇ। ਜਦ ਪਹਾੜੀ ਰਾਜਿਆਂ ਦਾ ਮੁਖੀ ਭੀਮ ਚੰਦ ਉਹ ਫੱਟੜ ਹੋ ਜਾਂਦਾ ਹੈ, ਜ਼ਖਮੀ ਹੋ ਜਾਂਦਾ ਹੈ, ਸਾਰੇ ਪਹਾੜੀ ਰਾਜੇ ਆਪਸ ਵਿੱਚ ਵਿਚਾਰ ਕਰਕੇ ਇਸ ਚਮਕੌਰ ਸਾਹਿਬ ਤੋਂ ਵਾਪਸ ਪਹਾੜੀ ਇਲਾਕੇ ਦੇ ਵੱਲ ਹੀ ਚਲੇ ਜਾਂਦੇ ਹਨ। ਜੇਰ ਦਸਤ ਪੀ ਘਾਇਲ ਹੋਇਓ। ਜੋ ਜ਼ਬਰਦਸਤ ਖਾਂ ਸੀ ਲਾਹੌਰ ਦਾ ਸੂਬਾ, ਇਹ ਵੀ ਫੱਟੜ ਹੋ ਜਾਂਦਾ ਹੈ, ਜ਼ਖਮੀ ਹੋ ਜਾਂਦਾ ਹੈ। ਲਵਪੁਰ ਕੋ ਚੜ ਮਾਰਗ ਜੋਇਓ। ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਇਹ ਵੀ ਵਾਪਸ ਹੀ ਲਾਹੌਰ ਜਾਣ ਦੇ ਵਿੱਚ ਆਪਣੀ ਭਲਾਈ ਸਮਝਦਾ ਹੈ। ਸੀਰੰਦ ਸੂਬਾ ਖਾਨ ਵਜੀਦ। ਔਰ ਜ਼ਬਰਦਸਤ ਖਾਂ ਤੇ ਲਾਹੌਰ ਨੂੰ ਚਲਿਆ ਜਾਂਦਾ ਹੈ। ਫਿਰ ਜੋ ਸਰਹੰਦ ਦਾ ਸੂਬਾ ਵਜੀਦ ਖਾਂ ਹੈ, ਇਹ ਸਾਰੇ ਆਪਣੇ ਲਸ਼ਕਰ ਨੂੰ ਲੈ ਕੇ ਗੁਰੂ ਜੀ ਦੀ ਖੋਜ ਕਰਵਾਉਂਦਾ ਹੈ। ਪੂਰਬ ਕੀ ਦਿਸ਼ ਕੀਨ ਰਸੀਦ। ਔਰ ਖਵਾਜਾ ਮਰਦੂਦ ਆਦਿ ਦੇ ਨਾਲ ਇਹਨਾਂ ਨੇ ਸਲਾਹਾਂ ਕੀਤੀਆਂ, ਬਹੁਤ ਸਾਰਾ ਲਸ਼ਕਰ ਲੈ ਕੇ ਇਹ ਸਰਹੰਦ ਦਾ ਸੂਬਾ ਪੂਰਬ ਦੇ ਵੱਲ ਚਲਿਆ ਜਾਂਦਾ ਹੈ। ਦੱਖਣ ਕੀ ਦਿਸ਼ ਲੱਖੋਂ ਚੱਡੇ। ਦੱਖਣ ਦੇ ਦਿਸ਼ਾ ਦੇ ਵੱਲ ਲੱਖਾਂ ਹੀ ਇਹਨਾਂ ਦੇ ਸਿਪਾਹੀ, ਲੱਖਾਂ ਹੀ ਯੋਧੇ ਸੂਰਮੇ ਉਹ ਗੁਰੂ ਜੀਆਂ ਦੀ ਭਾਲ ਦੇ ਵਾਸਤੇ ਚੱਲ ਪੈਂਦੇ ਹਨ। ਗਹੇ ਗੁਰੂ ਕੋ ਜਿਤ ਕਿਦਚ ਕੱਢੇ। ਇਹਨਾਂ ਸਭ ਦੇ ਮਨ ਦੇ ਵਿੱਚ ਇਹ ਗੱਲ ਸੀ ਕਿ ਜਿੱਥੇ ਵੀ ਗੁਰੂ ਜੀ ਹੁਣ ਇਸ ਚਮਕੌਰ ਸਾਹਿਬ ਤੋਂ ਜਾ ਕੇ ਗਏ ਹਨ ਨਾ, ਸਾਡਾ ਬੜਾ ਭਾਰੀ ਲਸ਼ਕਰ ਹੈ, ਜਿੱਥੇ ਕਿਤੇ ਹੀ ਗੁਰੂ ਜੀਆਂ ਨੂੰ ਲੱਭ ਲਵੇਗਾ। ਚੜਿਓ ਖਵਾਜ ਮਰਦੂਦ ਸਿਗਰ ਕਰ। ਇਹਨਾਂ ਸੂਬਿਆਂ ਦੀ ਤਰ੍ਹਾਂ ਬੜੀ ਛੇਤੀ ਹੀ ਦਿੱਲੀ ਦਾ ਸੂਬਾ ਖਵਾਜਾ ਮਰਦੂਦ ਉਹ ਵੀ ਆਪਣੀ ਅਸਵਾਰੀ ਤੇ ਅਸਵਾਰ ਹੋ ਕੇ ਚੱਲ ਪੈਂਦਾ ਹੈ। ਸ਼ਾਹ ਮਿਲਨ ਕੋ ਨਿਕਟ ਚਾਤਰ। ਇਹਦੇ ਮਨ ਦੇ ਵਿੱਚ ਇਹ ਇੱਛਾ ਹੈ ਕਿ ਮੈਂ ਛੇਤੀ ਤੋਂ ਛੇਤੀ ਜਾ ਕੇ ਪਹਿਲਾਂ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਸਾਰੀ ਖਬਰ ਦੱਸ ਦੇਵਾਂ। ਭੀਮ ਚੰਦ ਕਰ ਪਹੁੰਚਤ ਮਰਿਓ। ਜੋ ਪਹਾੜੀ ਰਾਜੇ ਵਾਪਸ ਆਪਣੇ ਪਹਾੜੀ ਇਲਾਕੇ ਨੂੰ ਚਲੇ ਗਏ ਸਨ ਨਾ, ਪਹਾੜੀਆਂ ਦਾ ਮੁਖੀ ਭੀਮ ਚੰਦ ਜ਼ਖਮੀ ਫੱਟੜ ਹੋ ਗਿਆ ਸੀ ਇਸ ਜੰਗ ਦੇ ਵਿੱਚ। ਜਦ ਇਹ ਵਾਪਸ ਗਏ ਆਪਣੇ ਪਹਾੜੀ ਇਲਾਕੇ ਦੇ ਵਿੱਚ, ਤੇ ਜਾਂਦਿਆਂ ਸਾਰ ਹੀ ਉਸੇ ਅਸਥਾਨ ਤੇ ਭੀਮ ਚੰਦ ਦੀ ਮੌਤ ਹੋ ਜਾਂਦੀ ਹੈ। ਸੈਲ ਦੇਸ ਮੇ ਸ਼ੋਕ ਸੋ ਪਰਿਓ। ਬੜਾ ਜ਼ਖਮੀ ਹੋ ਗਿਆ ਸੀ ਭੀਮ ਚੰਦ। ਜ਼ਖਮੀ ਹੋਣ ਦੇ ਕਾਰਨ ਆਪਣੀ ਰਿਆਸਤ ਦੇ ਵਿੱਚ ਪਹੁੰਚਦਿਆਂ ਹੀ ਇਹ ਆਪਣੇ ਪ੍ਰਾਣ ਤਿਆਗ ਦਿੰਦਾ ਹੈ, ਸਰੀਰ ਛੱਡ ਦਿੰਦਾ ਹੈ। ਸਾਰੀ ਪਹਾੜੀ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਫੈਲ ਜਾਂਦੀ ਹੈ ਕਿ ਕਿੱਥੇ ਸਾਡੀ ਬੜੀ ਲਸ਼ਕਰ, ਬੜੀ ਸੈਨਾ ਸੀ, ਕਿੰਨੇ ਸੈਨਾ ਨੂੰ ਵਿੱਚੋਂ ਸਿੰਘਾਂ ਨੇ ਖਪਾ ਦਿੱਤਾ ਹੈ, ਖਤਮ ਕਰ ਦਿੱਤਾ ਹੈ। ਆਖਰਕਾਰ ਸਾਡਾ ਮੁਖੀ ਬਣਿਆ ਹੋਇਆ ਭੀਮ ਚੰਦ ਇਹ ਵੀ ਪ੍ਰਾਣ ਤਿਆਗ ਦਿੰਦਾ ਹੈ। ਅਬ ਸਤਿਗੁਰ ਕੀ ਕਥਾ ਸੁਣੀਜੈ। ਕਵੀ ਜੀ ਕਹਿੰਦੇ ਇੱਧਰ ਤੁਰਕਾਂ ਅਤੇ ਪਹਾੜੀਆਂ ਦੀ ਇਹ ਹਾਲਤ ਹੋਈ, ਉਧਰ ਸਤਿਗੁਰੂ ਮਹਾਰਾਜ ਜੀ ਕਿੱਥੇ ਪਹੁੰਚੇ। ਉਹ ਸਤਿਗੁਰੂ ਮਹਾਰਾਜ ਜੀਆਂ ਦੀ ਕਥਾ ਅੱਗੇ ਪ੍ਰੇਮ ਦੇ ਨਾਲ ਆਪਾਂ ਹੋਰ ਸਰਵਣ ਕਰੀਏ। ਜਨਮ ਜਨਮ ਕੇ ਪਾਪ ਮਿਟੀਜੈ। ਫਿਰ ਗੁਰੂ ਮਹਾਰਾਜ ਜੀਆਂ ਦਾ ਪਵਿੱਤਰ ਇਤਿਹਾਸ ਬੜੇ ਪਿਆਰ ਦੇ ਨਾਲ ਸਰਵਣ ਕਰੀਏ, ਸੁਣੀਏ, ਤਾਂ ਕਿ ਆਪਣੇ ਵੀ ਗੁਰੂ ਮਹਾਰਾਜ ਜੀਆਂ ਦੀ ਕਥਾ ਸੁਣ ਕੇ ਜਨਮਾਂ ਜਨਮਾਂਤਰਾਂ ਦੇ ਪਾਪ ਧੁੱਲ ਜਾਣ, ਕੱਟੇ ਜਾਣ। ਸੋਪਤ ਪਰੇ ਦੇ ਕੂਪ ਸਥਾਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਪਹੁੰਚ ਚੁੱਕੇ ਸਨ। ਮਾਛੀਵਾੜੇ ਦੇ ਜੰਗਲ ਦੇ ਵਿੱਚ ਪਹੁੰਚ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਇੱਕ ਨੇੜੇ ਹੀ ਬਾਗ ਅਤੇ ਖੂਹ ਹੱਟ ਵਾਲਾ ਦੇਖਿਆ। ਇਸ ਖੂਹ ਦੇ ਹਰਟ ਵਾਲੇ ਖੂਹ ਦੇ ਉੱਪਰੋਂ ਇੱਕ ਹਰਟ, ਇੱਕ ਟੈਂਡ
ਸਤਿਗੁਰੂ ਮਹਾਰਾਜ ਜੀਆਂ ਨੇ ਖੋਲ੍ਹੀ ਔਰ ਉਸ ਨੂੰ ਖੋਲ੍ਹ ਕੇ ਕੱਪੜੇ ਦੇ ਵਿੱਚ ਲਪੇਟ ਕੇ ਕੱਪੜੇ ਦੇ ਵਿੱਚ ਇੱਕ ਸਥਾਨ 'ਤੇ ਥੋੜ੍ਹਾ ਕੱਪੜਾ ਥੱਲੇ ਵਿਛਾ ਕੇ ਸਿਰਹਾਣੇ ਇਹ ਖੂਹ ਦੀ ਟਿੰਡ ਰੱਖ ਕੇ ਇੱਥੇ ਹੀ ਲੰਮੇ ਪੈ ਕੇ ਆਰਾਮ ਕਰਨਾ ਕੀਤਾ। ਅਰ ਰੋਂਦੇ ਲਗ ਗੁਰ ਭਗਵਾਨ। ਤਾਂ ਗੁਰੂ ਮਹਾਰਾਜ ਜੀਆਂ ਨੇ ਇੱਥੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਟਿੰਡ ਦਾ ਸਿਰਹਾਣਾ ਲਾ ਕੇ ਸੌਣਾ ਕੀਤਾ। ਜਦ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਇਸ ਸਥਾਨ 'ਤੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਪਏ ਹਨ, ਆਰਾਮ ਬਸ ਹੁੰਦੇ ਹਨ, ਕਿਉਂਕਿ ਬੜਾ ਸਮਾਂ ਹੋ ਚੁੱਕਿਆ ਸੀ। ਦਿਨ ਰਾਤ ਚਮਕੌਰ, ਪਹਿਲੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੰਗ ਚੱਲਦਾ ਰਿਹਾ, ਫਿਰ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜੰਗ ਚੱਲਦਾ ਰਿਹਾ। ਇੱਕ ਰੱਤੀ ਭਰ ਵੀ ਗੁਰੂ ਮਹਾਰਾਜ ਜੀਆਂ ਨੇ ਥੋੜ੍ਹਾ ਸਮਾਂ ਵੀ ਆਰਾਮ ਨਹੀਂ ਕੀਤਾ। ਤਾਂ ਸਤਿਗੁਰੂ ਮਹਾਰਾਜ ਥੋੜ੍ਹਾ ਜਿਹਾ ਕੱਪੜਾ ਵਿਛਾ ਕੇ ਉਧਰ ਖੂਹ ਦੀ ਟਿੰਡ ਸਿਰਹਾਣੇ ਰੱਖ ਕੇ ਸੌਂਦੇ ਹਨ, ਆਰਾਮ ਬਸ ਹੁੰਦੇ ਹਨ। ਤਾਂ ਆਕਾਸ਼ ਦੇ ਵਿੱਚ ਜੋ ਪਹਿਲੇ ਸਮੇਂ ਤੋਂ ਹੀ ਜਿਸ ਟਾਈਮ ਬੜਾ ਭਿਆਨਕ ਜੰਗ ਜਾਰੀ ਹੋ ਚੁੱਕਿਆ ਸੀ, ਲੱਗ ਚੁੱਕਿਆ ਸੀ, ਆਕਾਸ਼ ਦੇ ਵਿੱਚੋਂ ਬਹੁਤ ਸਾਰੇ ਦੇਵਤੇ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਦੇਵਤੇ ਆ ਕੇ ਗੁਰੂ ਮਹਾਰਾਜ ਜੀਆਂ ਦਾ ਤੁਰਕਾਂ ਅਤੇ ਪਹਾੜੀਆਂ ਦੇ ਨਾਲ ਭਾਰੀ ਜੰਗ ਇਹ ਦੇਖ ਰਹੇ ਸਨ। ਹੁਣ ਗੁਰੂ ਮਹਾਰਾਜ ਜੀ ਇਸ ਤਰ੍ਹਾਂ ਮਾਛੀਵਾੜੇ ਦੇ ਜੰਗਲ ਦੇ ਵਿੱਚ ਆ ਕੇ ਪਏ ਹਨ, ਜਿਨ੍ਹਾਂ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਹਜ਼ਾਰਾਂ ਹੀ ਸਵਾਰੀਆਂ ਹਾਜ਼ਰ ਰਹਿੰਦੀਆਂ ਸਨ। ਬੜੇ ਮਖਮਲੀ ਸੇਜਾਂ ਦੇ ਉੱਪਰ ਆਰਾਮ ਕਰਦੇ ਸਨ। ਅੱਜ ਸਤਿਗੁਰੂ ਮਹਾਰਾਜ ਜੀ ਪੈਦਲ ਹੀ ਚੱਲ ਕੇ ਆਏ ਹਨ। ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੜੇ ਛਾਲੇ ਪੈ ਚੁੱਕੇ ਹਨ, ਬੜੀ ਥਕਾਵਟ ਦੇ ਵਿੱਚ ਸਹਿਤ ਹਨ। ਤੇ ਸਭ ਕੁਝ ਆਕਾਸ਼ ਮਾਰਗ ਦੇ ਰਾਹੀਂ ਦੇਵਤੇ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਹਨ। ਬੜੇ ਹੈਰਾਨ ਹੋਏ ਔਰ ਦੇਵਤਿਆਂ ਨੇ ਆ ਕੇ ਸਤਿਗੁਰੂ ਮਹਾਰਾਜ ਜੀਆਂ ਦਾ ਦਰਸ਼ਨ ਇਸ ਧਰਤੀ 'ਤੇ ਉਤਰ ਕੇ ਕੀਤਾ। ਪਹਿਲੇ ਤੇ ਆਕਾਸ਼ ਦੇ ਵਿੱਚੋਂ ਖੜੇ ਹੀ ਦਰਸ਼ਨ ਕਰਦੇ ਸਨ, ਫਿਰ ਮਾਛੀਵਾੜੇ ਦੀ ਧਰਤੀ ਦੇ ਉੱਪਰ ਆ ਕੇ ਸਤਿਗੁਰੂ ਮਹਾਰਾਜ ਜੀਆਂ ਦੇ ਚੌਗਿਰਦ ਖੜ ਜਾਂਦੇ ਹਨ। ਤਾਂ ਸਤਿਗੁਰੂ ਮਹਾਰਾਜ ਜੀਆਂ ਨੂੰ ਇਸ ਤਰ੍ਹਾਂ ਇੱਕ ਫਕੀਰਾਂ ਦੀ ਤਰ੍ਹਾਂ ਪਿਆ ਦੇਖ ਕੇ ਦੀਨ ਦੁਨੀਆ ਦਾ ਮਾਲਕ ਹੁਣ ਕਿਸ ਹਾਲਤ ਦੇ ਵਿੱਚ ਪਿਆ ਹੋਇਆ ਹੈ, ਤਾਂ ਉਹ ਬੜੇ ਹੈਰਾਨ ਹੋਏ। ਇਹਨਾਂ ਨੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨ ਸਪਰਸ਼ ਕੀਤੇ, ਸਤਿਗੁਰੂ ਮਹਾਰਾਜ ਜੀਆਂ ਨੂੰ ਬੇਨਤੀਆਂ ਕੀਤੀਆਂ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਹੁਣ ਇਹੋ ਜਿਹਾ ਸਮਾਂ, ਇਹੋ ਜਿਹੀ ਖੇਲ ਤੁਸੀਂ ਵਰਤਾਉਣਾ ਕੀਤੀ ਹੈ। ਇਹ ਜਿੱਥੇ ਆਪ ਜੀਆਂ ਦੇ ਪਾਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੇਵਾਦਾਰ ਰਹਿੰਦੇ ਸਨ, ਅੱਜ ਇਕੱਲੇ ਹੀ ਤੁਸੀਂ ਇਸ ਹਾਲਤ ਦੇ ਵਿੱਚ ਕਿੱਥੇ ਬੜੀਆਂ ਸੁੰਦਰ ਸੇਜਾਂ ਦੇ ਉੱਪਰ ਆਰਾਮ ਕਰਨ ਵਾਲੇ ਇੱਥੇ ਅਰੋੜਾਂ ਅਤੇ ਕੰਡਿਆਂ ਦੇ ਉੱਪਰ ਹੀ ਆਰਾਮ ਕਰ ਰਹੇ ਹੋ। ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਸਾਨੂੰ ਕੋਈ ਨਾ ਕੋਈ ਸੇਵਾ ਬਖਸ਼ੋ, ਸਾਡੇ ਲਾਇਕ ਜੋ ਸੇਵਾ ਹੋਵੇ ਇਸ ਟਾਈਮ ਇਸ ਸਮੇਂ ਉਹ ਸਾਨੂੰ ਦੱਸਣਾ ਕਰੋ। ਸਾਡੀ ਇਹ ਬੇਨਤੀ ਸੱਚੇ ਪਾਤਸ਼ਾਹ ਜ਼ਰੂਰ ਪ੍ਰਵਾਨ ਕਰੋ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਹੋਰ ਤੇ ਕੋਈ ਸੇਵਾ ਇਹਨਾਂ ਨੂੰ ਕਹੀ ਨਹੀਂ, ਦੱਸੀ ਨਹੀਂ। ਤਾਂ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਤੁਹਾਡੇ ਲਾਇਕ ਤੇ ਇਹੀ ਸੇਵਾ ਹੈ, ਉਹ ਸੇਵਾ ਕਿ ਸਾਡੇ ਮਾਲਕ, ਸਾਡੇ ਪ੍ਰੀਤਮ ਪਿਆਰੇ ਨੂੰ ਸਾਡਾ ਇਹ ਸੁਨੇਹਾ ਦੇ ਦੇਵੋ। ਜੋ ਸਤਿਗੁਰੂ ਮਹਾਰਾਜ ਜੀਆਂ ਨੇ ਇਹ ਸ਼ਬਦ ਉਚਾਰਨ ਕਰਕੇ ਦੱਸਣਾ ਕੀਤਾ, ਉਸ ਟਾਈਮ ਹੀ ਇਹ ਸਤਿਗੁਰੂ ਮਹਾਰਾਜ ਜੀਆਂ ਸ਼ਬਦ ਉਚਾਰਨ ਕੀਤਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਸਤਿਗੁਰੂ ਮਹਾਰਾਜ ਜੀਆਂ ਇਹ ਸ਼ਬਦ ਉਚਾਰਨ ਕੀਤਾ ਕਿ ਸਾਡੇ ਪ੍ਰੀਤਮ ਪਿਆਰੇ ਅਕਾਲ ਪੁਰਖ ਵਾਹਿਗੁਰੂ ਤੱਕ ਇਹ ਸਾਡਾ ਸੁਨੇਹਾ ਪਹੁੰਚਾ ਦੇਣਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਸ਼ਬਦ ਉਚਾਰਨ ਕੀਤਾ, ਉਹਨਾਂ ਦੇਵਤਿਆਂ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕੀਤੀ, ਤਾਂ ਉਸੇ ਟਾਈਮ ਅਲੋਪ ਹੋ ਜਾਂਦੇ ਹਨ। ਸਤਿਗੁਰੂ ਮਹਾਰਾਜ ਆਰਾਮ ਬਸ ਹੁੰਦੇ ਹਨ। ਉਹ ਟਿੰਡ ਦਾ ਸਿਰਹਾਣਾ ਲਾਇਆ ਹੋਇਆ ਹੈ ਮਾਛੀਵਾੜੇ ਦੇ ਜੰਗਲ ਦੇ ਵਿੱਚ, ਆਰਾਮ ਬਸ ਹੁੰਦੇ ਹਨ। ਅਤੇ ਉਧਰਲੇ ਪਾਸੋਂ ਤਿੰਨੇ ਸਿੰਘ, ਭਾਈ ਦਇਆ ਸਿੰਘ, ਮਾਨ ਸਿੰਘ
ਅਤੇ ਧਰਮ ਸਿੰਘ ਸਤਿਗੁਰੂ ਮਹਾਰਾਜ ਜੀਆਂ ਨੂੰ ਪਾਲਦੇ ਹੋਏ ਆ ਰਹੇ ਹਨ। ਤੀਨੋਂ ਸਿੰਘ ਨਿਕਸ ਜਬ ਗਏ, ਜਦੋਂ ਇਹ ਤਿੰਨੋਂ ਸਿੰਘ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਚਮਕੌਰ ਦੀ ਕੱਚੀ ਗੜੀ ਦੇ ਵਿੱਚੋਂ ਬਾਹਰ ਨਿਕਲੇ ਸਨ, ਤਾਂ ਉਸੇ ਟਾਈਮ ਸਤਿਗੁਰੂ ਮਹਾਰਾਜ ਜੀਆਂ ਨੇ ਤਾੜੀ ਵਜਾ ਕੇ ਅਤੇ ਇਹਨਾਂ ਤੁਰਕਾਂ ਮੁਗਲਾਂ ਨੂੰ ਇਹ ਆਵਾਜ਼ਾਂ ਦਿੱਤਾ ਕਿ ਹਿੰਦੂਆਂ ਦਾ ਗੁਰੂ ਚੱਲਿਆ ਹੈ, ਜੇ ਕਿਸੇ ਦੇ ਵਿੱਚ ਬਲ ਹੈ, ਜ਼ੋਰ ਹੈ ਤਾਂ ਪਕੜ ਲਵੋ, ਜੇ ਕੋਈ ਫੜ ਸਕਦਾ ਹੈ ਤੇ ਫੜ ਲਵੋ। ਤਾੜੀ ਵਜਾ ਕੇ ਸਤਿਗੁਰੂ ਮਹਾਰਾਜ ਆ ਗਏ ਸਨ ਤੇ ਤਿੰਨੋਂ ਸਿੰਘ ਭਾਈ ਦਇਆ ਸਿੰਘ, ਮਾਨ ਸਿੰਘ, ਧਰਮ ਸਿੰਘ ਇਹ ਮੁਗਲਾਂ ਦੇ ਲਸ਼ਕਰ ਦੇ ਵਿੱਚੋਂ ਤੇ ਭਾਵੇਂ ਬਾਹਰ ਨਿਕਲ ਗਏ ਸਨ, ਪਰ ਸਤਿਗੁਰੂ ਮਹਾਰਾਜ ਜੀਆਂ ਦਾ ਨਾਲੋਂ ਵਿਛੜ ਚੁੱਕੇ ਸਨ। ਹੁਣ ਮੁਗਲਾਂ ਦੇ ਲਸ਼ਕਰ ਤੋਂ ਦੂਰ ਆ ਕੇ ਤਿੰਨਾਂ ਸਿੰਘਾਂ ਨੇ ਸਤਿਗੁਰਾਂ ਦੀ ਖੋਜ ਕੀਤੀ। ਦਲ ਤੇ ਦੂਰ ਕੋਸ ਜੁਗ ਪਏ, ਜਦ ਦੋ ਕੋ ਤੁਰਕਾਂ ਦੀਆਂ ਫੌਜਾਂ ਤੋਂ ਦੂਰ ਇਹ ਤਿੰਨੇ ਸਿੰਘ ਆ ਗਏ ਸਨ। ਲਗੇ ਵਿਚਾਰਨ ਚਲ ਹਮ ਆਏ, ਫਿਰ ਇਹ ਤਿੰਨੇ ਸਿੰਘ ਵਿਚਾਰ ਕਰਦੇ ਹਨ ਕਿ ਇਹਨਾਂ ਦੀਆਂ ਫੌਜਾਂ ਦੇ ਵਿੱਚੋਂ ਤੇ ਆਪਾਂ ਬਾਹਰ ਆ ਗਏ ਹਾਂ। ਵਿਛਰੇ ਗੁਰ ਜਿਨ ਕੇ ਸੰਗ ਧਾਏ, ਪਰ ਹੁਣ ਸਤਿਗੁਰੂ ਮਹਾਰਾਜ ਜੀ ਤੇ ਆਪਣੇ ਪਾਸੋਂ ਵਿਛੜ ਚੁੱਕੇ ਹਨ, ਜਿਨ੍ਹਾਂ ਦੇ ਨਾਲ ਆਪਾਂ ਕੱਚੀ ਗੜੀ ਚੋਂ ਬਾਹਰ ਆਏ ਸਾਂ, ਤਾਂ ਆਪਾਂ ਨੂੰ ਹੁਣ ਇਸ ਗੱਲ ਦੀ ਛੇਤੀ ਤੋਂ ਛੇਤੀ ਖੋਜ ਕਰ ਲੈਣੀ ਚਾਹੀਦੀ ਹੈ, ਭਾਲ ਕਰ ਲੈਣੀ ਚਾਹੀਦੀ ਹੈ ਕਿ ਸਤਿਗੁਰੂ ਮਹਾਰਾਜ ਕਿਸ ਪਾਸੇ ਨੂੰ ਗਏ ਹਨ। ਕਿਆ ਕਰਤੱਵੈ ਅਬੇ ਹਮ ਬਨੈ, ਤਾਂ ਆਪਾਂ ਨੂੰ ਹੁਣ ਹੋਰ ਕੀ ਕਰਤੱਵ ਕਰਨਾ ਚਾਹੀਦਾ ਹੈ। ਹਿਤ ਕੋ ਗਮਨੇ ਹਵੇ ਹਿਤ ਸਨੈ, ਤੇ ਬੜੇ ਹਿੱਤ ਪਿਆਰ ਦੇ ਵਿੱਚ ਆਏ ਹੋਏ ਹੁਣ ਵਿਚਾਰਾਂ ਕਰਦੇ ਹਨ ਕਿ ਆਪਾਂ ਨੂੰ ਕੀ ਪਤਾ ਚੱਲੇ ਕਿ ਸਤਿਗੁਰੂ ਮਹਾਰਾਜ ਹੁਣ ਕਿਸ ਦਿਸ਼ਾ ਦੇ ਵੱਲ ਚਲੇ ਗਏ ਹਨ। ਦਇਆ ਸਿੰਘ ਸਿਮਰੀ ਗੁਰਬਾਣੀ, ਤਾਂ ਉਸੇ ਸਮੇਂ ਭਾਈ ਦਇਆ ਸਿੰਘ ਜੀਆਂ ਨੂੰ ਇਹ ਸਤਿਗੁਰੂ ਮਹਾਰਾਜ ਜੀਆਂ ਦੇ ਬਚਨ ਯਾਦ ਆ ਜਾਂਦੇ ਹਨ। ਗੜ ਨਿਕਸਤ ਹਮ ਸੰਗ ਬਖਾਨੀ, ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਭਾਈ ਦੇਖੋ, ਜਿਸ ਟਾਈਮ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਆਪਾਂ ਚਮਕੌਰ ਦੀ ਕੱਚੀ ਗੜੀ ਤੋਂ ਬਾਹਰ ਆਏ ਸੀ ਨਾ, ਤਾਂ ਉਸ ਟਾਈਮ ਸਤਿਗੁਰੂ ਮਹਾਰਾਜ ਜੀਆਂ ਨੇ ਆਪਾਂ ਨੂੰ ਬਚਨ ਕੀਤੇ ਸੀ ਕਿ ਜੇਕਰ ਇਹਨਾਂ ਦੇ ਲਸ਼ਕਰ ਦੇ ਹਮਲੇ ਦੇ ਦਰਮਿਆਨ ਆਪਾਂ ਵਿਛੜ ਵੀ ਜਾਵਾਂਗੇ ਤਾਂ ਤੁਸੀਂ ਇਸ ਤਾਰੇ ਦੀ ਸੇਧ ਨੂੰ ਸਿੱਧੇ ਚਲੇ ਆਉਣਾ। ਸਤਿਗੁਰੂ ਮਹਾਰਾਜ ਜੀਆਂ ਨੇ ਪਹਿਲੇ ਹੀ ਇਹਨਾਂ ਨੂੰ ਆਕਾਸ਼ ਦੇ ਵਿੱਚ ਇੱਕ ਤਾਰਾ ਦਿਖਾ ਦਿੱਤਾ ਸੀ ਕਿ ਜੇਕਰ ਤੁਸੀਂ ਮੇਰੇ ਨਾਲੋਂ ਵਿਛੜ ਵੀ ਜਾਵੋ ਤਾਂ ਇਸ ਤਾਰੇ ਦੀ ਸੇਧ ਨੂੰ ਸਿੱਧੇ ਚਲੇ ਆਉਣਾ। ਜੇਕਰ ਰਾਤ ਨੂੰ ਆਪਣਾ ਮਿਲਾਪ ਨਾ ਹੋਇਆ ਤੇ ਸੁਬਹ ਹੁੰਦੇ ਹੋਏ ਤੁਸੀਂ ਮੈਨੂੰ ਆਣ ਮਿਲੋਗੇ। ਇਸ ਤਾਰੇ ਕੀ ਸੇਧ ਪਿਆਨੈ, ਭਾਈ ਦਇਆ ਸਿੰਘ ਜੀ ਕਹਿਣ ਲੱਗੇ ਉਹ ਆਕਾਸ਼ ਦੇ ਵਿੱਚ ਤਾਰਾ ਦੇਖੋ, ਸਤਿਗੁਰੂ ਮਹਾਰਾਜ ਜੀਆਂ ਨੇ ਆਪਾਂ ਨੂੰ ਦਿਖਾਇਆ ਸੀ, ਉਸ ਤਾਰੇ ਦੀ ਸੇਧ ਨੂੰ ਜਾਵਾਂਗੇ ਤਾਂ ਗੁਰੂ ਮਹਾਰਾਜ ਜੀਆਂ ਦੇ ਜ਼ਰੂਰ ਦਰਸ਼ਨ ਕਰ ਲਵਾਂਗੇ। ਚਲੋ ਗੁਰੂ ਮਿਲੇ ਕਿਸ ਥਾਨੈ, ਤਾਂ ਵਿਚਾਰਾਂ ਕਰਕੇ ਚੱਲ ਪੈਂਦੇ ਹਨ ਕਿ ਸਤਿਗੁਰੂ ਮਹਾਰਾਜ ਜ਼ਰੂਰ ਮਿਲ ਜਾਣਗੇ। ਮਾਨ ਸਿੰਘ ਤਵ ਚਲਤ ਉਚਾਰੇ, ਤਾਂ ਚਲਦੇ ਚਲਦੇ ਤਿੰਨਾਂ ਸਿੰਘਾਂ ਦੇ ਵਿੱਚੋਂ ਭਾਈ ਮਾਨ ਸਿੰਘ ਜੀ ਕਹਿਣ ਲੱਗੇ ਇਹ ਮਗ ਪਹੁੰਚੇ ਮਾਛੀ ਵਾਰੇ, ਕਿ ਇਹ ਰਸਤਾ ਜੋ ਤਾਰੇ ਨੂੰ ਦੇਖ ਕੇ ਆਪਾਂ ਜਾ ਰਹੇ ਹਾਂ ਨਾ, ਇਹ ਰਸਤਾ ਮਾਛੀਵਾੜੇ ਦੇ ਵੱਲ ਜਾ ਰਿਹਾ ਹੈ। ਤਾਰੇ ਸੇਧ ਨਿਹਾਰਤ ਚਲੋ, ਤਾਂ ਕਹਿਣ ਲੱਗੇ ਕਿ ਤਾਰੇ ਦੀ ਸੇਧ ਨੂੰ ਦੇਖਦੇ ਆਪਾਂ ਜਾਵਾਂਗੇ ਤਾਂ ਜ਼ਰੂਰ ਆਪਾਂ ਮਾਛੀਵਾੜੇ ਦੇ ਵੱਲ ਪਹੁੰਚ ਜਾਵਾਂਗੇ। ਪੁਰ ਲਗ ਖੋਜਤ ਗੁਰ ਸੰਗ ਮਿਲੋ, ਮਾਛੀਵਾੜੇ ਸ਼ਹਿਰ ਤੱਕ ਪਹੁੰਚਦੇ ਜਾਂਦੇ ਜਾਂਦੇ ਆਪਾਂ ਗੁਰੂ ਮਹਾਰਾਜ ਜੀਆਂ ਨੂੰ ਦੇਖਦੇ ਚੱਲਦੇ ਹਾਂ। ਧਰਮ ਸਿੰਘ ਬੋਲਿਓ ਮਤ ਧੀਰ, ਤਾਂ ਭਾਈ ਧਰਮ ਸਿੰਘ ਜੀ ਉਸ ਟਾਈਮ ਕਹਿਣ ਲੱਗੇ ਖੋਜਤ ਗਮਨੋ ਇਤ ਉਤ ਤੀਰ, ਕਿ ਇਹੀ ਮਸਲਤ ਸਲਾਹ ਠੀਕ ਹੈ ਕਿ ਇਸ ਤਾਰੇ ਦੀ ਸੇਧ ਨੂੰ ਜਾਂਦੇ ਜਾਂਦੇ ਆਪਾਂ ਇੱਧਰ ਉੱਧਰ ਦੇਖਦੇ ਚਲੇ ਜਾਂਦੇ ਹਾਂ। ਨਿਰਭੈ ਵੀਰ ਤਿਨੋ ਤਬ ਚਾਲੇ, ਤਿੰਨੇ ਨਿਰਭੈ ਯੋਧੇ ਸੂਰਮੇ
ਹੁਣ ਗੁਰੂ ਮਹਾਰਾਜ ਜੀਆਂ ਦੀ ਭਾਲ ਕਰਦੇ ਜਾ ਰਹੇ ਹਨ। ਮਾਰਗ ਇਤ ਉਤ ਫਿਰਤ ਸੰਭਾਲੇ, ਇਧਰੋਂ ਉਧਰੋਂ ਰਸਤਾ ਦੇਖਦੇ ਚੱਲ ਪੈਂਦੇ ਹਨ। ਖੋਜਤ ਸ੍ਰੀ ਸਤਿਗੁਰ ਕੋ ਜਾਤ, ਸਤਿਗੁਰੂ ਜੀਆਂ ਨੂੰ ਭਾਲਦੇ ਹੋਏ ਚਲੇ ਜਾਂਦੇ ਹਨ। ਇਸ ਬਿਦ ਬਿਤੀ ਸਗਲ ਹੀ ਰਾਤ, ਇਸ ਤਰ੍ਹਾਂ ਤਿੰਨਾਂ ਸਿੰਘਾਂ ਨੂੰ ਚਲਦਿਆਂ ਚਲਦਿਆਂ ਸਾਰੀ ਰਾਤ ਬਤੀਤ ਹੋ ਜਾਂਦੀ ਹੈ। ਜਬੇ ਸਮਾਂ ਅਰਣੋਂਦੇ ਹੋਇਓ, ਜਦ ਸਾਰੀ ਰਾਤ ਬਤੀਤ ਹੋਈ ਤਾਂ ਅਰਨੋਦਿਆ ਦਾ ਸਮਾਂ ਜਾਣੇ ਪੋਹ ਪਟਾਲੇ ਦਾ ਟਾਈਮ ਹੋ ਜਾਂਦਾ ਹੈ। ਚੰਦ ਪ੍ਰਕਾਸ਼ ਮੰਦ ਕੋ ਜੋਇਓ, ਆਕਾਸ਼ ਦੇ ਵਿੱਚੋਂ ਚੰਦਰਮਾ ਦਾ ਪ੍ਰਕਾਸ਼ ਉਹ ਵੀ ਬੜਾ ਧੀਮਾ ਪੈ ਜਾਂਦਾ ਹੈ। ਪੂਰਬ ਦਿਸ਼ ਮੁਖ ਲਾਲ ਦਿਖਾਇਓ, ਤੇ ਪੂਰਬ ਦੀ ਦਿਸ਼ਾ ਦੇ ਵੱਲ ਸੂਰਜ ਦੀ ਲਾਲੀ ਦਿਖਣ ਲੱਗ ਪੈਂਦੀ ਹੈ। ਜਨ ਤੁਰਕਨ ਕੋ ਚਹਿਤ ਖਪਾਇਓ, ਮਾਨੋ ਇਹ ਸੂਰਜ ਦੀ ਲਾਲੀ ਲਾਲ ਇਸ ਤਰ੍ਹਾਂ ਦੀ ਭਿਆਨਕ ਦਿਸ ਰਹੀ ਹੈ ਕਿ ਇਹਨਾਂ ਤੁਰਕਾਂ ਮੁਗਲਾਂ ਨੂੰ ਖਪਾ ਦੇਣਾ ਚਾਹੁੰਦੀ ਹੈ। ਤਿਮਰ ਤੋਮ ਪਤਰੋ ਹੋਏ ਗਇਓ, ਜੋ ਗਾੜਾ ਅੰਧੇਰਾ ਛਾਇਆ ਹੋਇਆ ਸੀ ਇਹ ਦੂਰ ਹੋ ਜਾਂਦਾ ਹੈ। ਕੁਛਕ ਪ੍ਰਕਾਸ਼ ਆਕਾਸ਼ੇ ਪਇਓ, ਤਾਂ ਸੂਰਜ ਚੜ੍ਹਨ ਵਾਲਾ ਹੈ, ਥੋੜਾ ਜਿਹਾ ਪ੍ਰਕਾਸ਼ ਚਾਨਣ ਆਕਾਸ਼ ਦੇ ਵਿੱਚ ਹੁੰਦਾ ਹੈ। ਗਮਨਤ ਦੇਖਤ ਪਹੁੰਚੇ ਤੈਵਾ, ਤਾਂ ਇਹ ਤਿੰਨੇ ਸਿੰਘ ਸਤਿਗੁਰਾਂ ਦੀ ਭਾਲ ਕਰਦੇ ਕਰਦੇ ਉਸ ਸਥਾਨ ਤੇ ਪਹੁੰਚ ਜਾਂਦੇ ਹਨ ਸੁਪਤ ਜਗਤਪਤ ਪ੍ਰਭ ਥਿਰ ਜੈਵਾ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਿੰਡ ਦਾ ਸਰਾਣਾ ਲਾ ਕੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਆਰਾਮ ਬਸ ਹੁੰਦੇ ਹਨ। ਇਹ ਤਿੰਨੋਂ ਸਿੰਘ ਉੱਥੇ ਨੇੜੇ ਹੀ ਪਹੁੰਚ ਜਾਂਦੇ ਹਨ। ਜੇਵਰ ਕਿਤਕ ਉਤਾਰਨ ਕਰੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਕੁਝ ਕੁ ਜੋ ਸੋਨੇ ਚਾਂਦੀ ਦੇ ਗਹਿਣੇ ਸਨ ਪਾਸ ਹੀ ਰੱਖੇ ਹਨ। ਘਟੀ ਹਰਟ ਕੀ ਸਿਰ ਧਰ ਤਰੇ, ਜੋ ਖੋਹ ਦੀ ਟਿੰਡ ਉਤਾਰੀ ਸੀ ਇਸ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਸਤਿਗੁਰਾਂ ਆਪਣੇ ਸਿਰਹਾਣੇ ਰੱਖਿਆ ਹੋਇਆ ਸੀ। ਗੁਲਸ ਤਰਾਨ ਅੰਗੁਸ਼ਟ ਮਝਾਰਾ, ਤਾਂ ਆਪਣੇ ਅੰਗੂਠੇ ਦੇ ਵਿੱਚ ਇੱਕ ਗੁਲਸ਼ਤਰਾਨ ਪਹਿਨਿਆ ਹੋਇਆ ਸੀ। ਪਹਿਰੇ ਰਾਖਿਓ ਨਹੀਂ ਉਤਾਰਾ, ਉਹ ਗੁਲਸ਼ਤਰਾਨ ਸਤਿਗੁਰੂ ਮਹਾਰਾਜ ਜੀਆਂ ਨੇ ਪਹਿਨ ਕੇ ਹੀ ਰੱਖਿਆ, ਲਾਇਆ ਨਹੀਂ ਹੈ। ਇਹ ਗੁਲਸ਼ਤਰਾਨ ਕੀ ਹੈ? ਇਹ ਜੰਗ ਯੁੱਧ ਕਰਨ ਦੇ ਸਮੇਂ ਜੋ ਤੀਰ ਚਲਾਏ ਜਾਂਦੇ ਹਨ, ਇਹਨਾਂ ਤੀਰਾਂ ਨੂੰ ਚਲਾਉਣ ਦੇ ਵਾਸਤੇ ਤੀਰਾਂ ਨੂੰ ਚਲਾਉਣ ਦੇ ਸਮੇਂ ਯੋਧੇ ਸੂਰਮੇ ਆਪਣੇ ਅੰਗੂਠੇ ਦੇ ਉੱਪਰ ਪਹਿਨਿਆ ਕਰਦੇ ਸਨ। ਇੱਕ ਛੋਟਾ ਜਿਹਾ ਚਮੜੇ ਦਾ ਟੁਕੜਾ ਬਣਾਇਆ ਹੋਇਆ ਇੱਕ ਟੋਪੀ ਦੀ ਤਰ੍ਹਾਂ ਇਹ ਆਪਣੇ ਅੰਗੂਠੇ ਅਤੇ ਉਂਗਲ ਦੇ ਉੱਪਰ ਪਹਿਨਿਆ ਹੋਇਆ ਹੁੰਦਾ ਸੀ, ਜਿਸ ਨੂੰ ਇਸ ਕਰਕੇ ਪਹਿਨਿਆ ਜਾਂਦਾ ਸੀ ਕਿ ਜੇਕਰ ਤੇਜ਼ੀ ਦੇ ਨਾਲ ਤੀਰ ਚਲਾਉਣੇ ਹੋਣ ਜਾਂ ਕਰ ਜ਼ਿਆਦਾ ਟਾਈਮ ਤੀਰ ਚਲਾਉਣੇ ਹੋਣ ਤਾਂ ਅੰਗੂਠੇ ਅਤੇ ਉਂਗਲ ਦੇ ਉੱਪਰ ਕੋਈ ਵੀ ਜ਼ਖਮ ਆਦਿ ਨਾ ਹੋਵੇ। ਕੋਈ ਅਟਣ ਆਦਿ ਪੈ ਜਾਂਦੇ ਹਨ ਜ਼ਿਆਦਾ ਟਾਈਮ ਤੀਰ ਚਲਾਉਣ ਦੇ ਕਾਰਨ, ਤਾਂ ਇਹ ਗੁਲਸ਼ਤਰਾਨ ਪਹਿਨਦੇ ਸਨ ਯੋਧੇ ਸੂਰਮੇ ਕਿ ਇਸ ਅੰਗੂਠੇ ਦੇ ਉੱਪਰ ਅਟਣ ਆਦਿ ਨਾ ਪੈਣ, ਜਾਣੇ ਜ਼ਿਆਦਾ ਤੀਰ ਚਲਾਉਣ ਦੇ ਵਾਸਤੇ ਕੋਈ ਮੁਸ਼ਕਲ ਨਾ ਆਵੇ। ਉਹ ਯੋਧੇ ਸੂਰਮੇ ਉਸ ਟਾਈਮ 'ਤੇ ਗੁਲਸ਼ਤਰਾਨ ਪਹਿਨਿਆ ਕਰਦੇ ਸਨ। ਉਹ ਸਤਿਗੁਰੂ ਮਹਾਰਾਜ ਜੀਆਂ ਨੇ ਵੀ ਪਹਿਨਿਆ ਹੋਇਆ ਹੈ, ਇਸ ਨੂੰ ਉਤਾਰ ਕੇ ਨਹੀਂ ਰੱਖਿਆ, ਉਸੇ ਤਰ੍ਹਾਂ ਪਹਿਨਿਆ ਹੈ ਤੇ ਆਰਾਮ ਬਸ ਹੋ ਜਾਂਦੇ ਹਨ। ਮੋਲ ਹਜ਼ਾਰ ਇਕਾਦਸ਼ ਤਾਹੂ, ਜੋ ਬੜਾ ਮਹਿੰਗਾ ਗੁਲਸ਼ਤਰਾਨ ਸਤਿਗੁਰਾਂ ਪਹਿਨਿਆ ਹੋਇਆ ਸੀ, ਜਿਸ ਦਾ ਮੁੱਲ ਕਵੀ ਜੀ 11,000 ਰੁਪਇਆ ਉਹਨਾਂ ਸਮਿਆਂ ਦਾ ਦੱਸਦੇ ਹਨ। 11,000 ਰੁਪਇਆ ਉਹਨਾਂ ਸਮਿਆਂ ਦਾ ਲੱਗਿਆ ਸੀ, ਕਿਉਂਕਿ ਇਸ ਗੁਲਸ਼ਤਰਾਨ ਦੇ ਵਿੱਚ ਇੱਕ ਹੀਰਾ ਕੱਟ ਕੇ ਜੜਿਆ ਹੋਇਆ ਸੀ। ਕੱਟ ਕਰਕੇ ਹੀਰੇ ਮੀਨਾਕਾਰੀ ਬਹੁਤ ਕੀਤੀ ਜਾਂਦੀ ਸੀ, ਤੇ ਇਸ ਗੁਲਸ਼ਤਰਾਨ ਦੇ ਵਿੱਚ ਵੀ ਇੱਕ ਹੀਰਾ ਜੜਿਆ ਹੋਇਆ ਸੀ, ਜਿਸ ਦੀ ਚਮਕ ਦਮਕ ਬੜੀ ਦੂਰ ਤੱਕ ਪੈ ਰਹੀ ਸੀ। ਰਾਖੇ ਵੱਡ ਧਨ ਤਰ ਕਰਮਾਹੂ, ਅਰ ਧਨੁੱਖ ਚਲਾਉਣ ਦੇ ਵਾਸਤੇ ਸਤਿਗੁਰੂ ਮਹਾਰਾਜ ਜੀਆਂ ਨੇ ਅਜੇ ਵੀ ਪਹਿਨ ਕੇ ਰੱਖਿਆ ਹੈ। ਸਮੇਂ ਪਨਚ ਐਚਨ ਕੋ ਜੋ ਤੰਦੀ ਨੂੰ ਖਿੱਚਣ ਦੇ ਸਮੇਂ ਯੋਧੇ ਪਹਿਨਦੇ ਸਨ। ਰਛਕ ਬਨੇ ਅੰਗੁਸ਼ਟੇ ਸੋ, ਇਹ ਉਂਗਲ ਅਤੇ ਅੰਗੂਠੇ ਦੇ ਰਛਕ ਬਣਦਾ ਸੀ, ਕਿਉਂਕਿ ਹੱਥ ਦੇ ਉੱਪਰ ਅੰਗੂਠੇ ਦੇ ਉੱਪਰ
ਕੋਈ ਅਟਣ ਆਦ ਪੈਣ ਦਾ ਡਰ ਨਹੀਂ ਰਹਿੰਦਾ ਸੀ। ਸਰ ਛੋਰਨ ਤੁਰੰਤਾ ਕਾਰਨ, ਤੇਜ਼ੀ ਦੇ ਨਾਲ ਤੀਰ ਛੱਡਣ ਦੇ ਵਾਸਤੇ ਗੁਲਸ਼ਤਰਾਨ ਯੋਧੇ ਪਹਿਨਦੇ ਸਨ। ਜਾਂ ਤੇ ਗੁਰ ਨੇ ਕੀਨ ਉਤਾਰਨ, ਇਸ ਕਰਕੇ ਸਤਿਗੁਰਾਂ ਇਸ ਨੂੰ ਉਤਾਰਿਆ ਨਹੀਂ ਹੈ। ਉਤ ਗੁਲਤਰਾਨ ਹੋਤੋ ਜੋ ਸਾਤ ਹਾਥ, ਉਸ ਟਾਈਮ ਜੋ ਸਤਿਗੁਰੂ ਮਹਾਰਾਜ ਜੀਆਂ ਦਾ ਇਹ ਗੁਲਸ਼ਤਰਾਨ ਵਾਲਾ ਹੱਥ ਸੀ। ਸੁਪਦ ਪਰੇ ਸਿਰ ਪਰ ਧਰਨਾਥ, ਇਸ ਹੱਥ ਨੂੰ ਬਾਹ ਨੂੰ ਆਪਣੇ ਮੱਥੇ ਦੇ ਉੱਪਰ ਰੱਖ ਕੇ ਸਤਿਗੁਰੂ ਮਹਾਰਾਜ ਆਰਾਮ ਬਸ ਹੋਏ ਸਨ। ਗੁਲਸ਼ਤਰਾਨ ਵਿੱਚ ਹੀਰਾ ਜਰਿਓ, ਇਸ ਦੇ ਵਿੱਚ ਜੋ ਹੀਰਾ ਜੜਿਆ ਹੋਇਆ ਸੀ ਇਸ ਦੀ ਦੂਰ ਤੱਕ ਚਮਕ ਦਮਕ ਪੈਣ ਲੱਗ ਪਈ। ਤਹਿ ਪ੍ਰਕਾਸ਼ ਅਰਣੋਂਦੇ ਪਰਿਓ, ਜਦ ਪੋ ਫਟਾਲੇ ਦਾ ਸਮਾਂ ਹੋਇਆ ਸੀ, ਸੂਰਜ ਚੜ੍ਹਨ ਵਾਲਾ ਸੀ ਔਰ ਸੂਰਜ ਦੀ ਲਾਲੀ ਆਕਾਸ਼ ਦੇ ਵਿੱਚ ਦਿਖਾਈ ਦੇਣ ਲੱਗੀ। ਚਮਕਦ ਪਇਓ ਸੈਦ ਬੋ ਲਾਲੀ, ਸੂਰਜ ਦੇ ਥੋੜੇ ਜਿਹੇ ਪ੍ਰਕਾਸ਼ ਦੇ ਨਾਲ ਇਹ ਹੀਰਾ ਜੜਿਆ ਹੋਇਆ ਦੂਰ ਤੱਕ ਚਮਕਣ ਲੱਗ ਪਿਆ ਹੈ। ਦੇ ਦਿਖਾਲੀ ਦੂਰ ਵਿਸਾਲੀ, ਦੂਰ ਤੋਂ ਹੀ ਦਿਖਾਈ ਦੇਣ ਲੱਗਿਆ। ਧਰਮ ਸਿੰਘ ਮਗ ਚਲਤ ਬਿਲੋਕੇ, ਜਦ ਸਤਿਗੁਰਾਂ ਦੇ ਥੋੜੀ ਨੇੜੇ ਪਹੁੰਚੇ ਤਾਂ ਚੱਲਦੇ ਹੋਏ ਭਾਈ ਧਰਮ ਸਿੰਘ ਜੀਆਂ ਨੇ ਦੇਖਣਾ ਕੀਤਾ। ਦਇਆ ਸਿੰਘ ਕੋ ਕਹਿ ਕਰ ਰੋਕੇ, ਭਾਈ ਦਇਆ ਸਿੰਘ ਜੀਆਂ ਨੂੰ ਰੋਕ ਕੇ ਕਹਿਣ ਲੱਗੇ, ਇਹ ਸਤਿਗੁਰ ਕੋ ਭੂਖਨ ਕੋਈ। ਜਦ ਹੀਰੇ ਦੀ ਚਮਕ ਦਮਕ ਦੂਰ ਤੱਕ ਪਈ ਤਾਂ ਭਾਈ ਧਰਮ ਸਿੰਘ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਜੀਆਂ ਨੂੰ ਕਿ ਦੇਖੋ ਇਹ ਸਤਿਗੁਰੂ ਮਹਾਰਾਜ ਜੀਆਂ ਦੇ ਗਹਿਣਿਆਂ ਦੇ ਵਿੱਚੋਂ ਕਿਸੇ ਗਹਿਣੇ ਦੀ ਚਮਕ ਦਮਕ ਦੂਰ ਤੱਕ ਪੈ ਰਹੀ ਹੈ। ਲਾਲੀ ਲਗੇ ਦਮਕ ਬੋ ਹੋਈ, ਸੂਰਜ ਦੇ ਪ੍ਰਕਾਸ਼ ਦੇ ਨਾਲ ਇਸ ਹੀਰੇ ਦੀ ਚਮਕ ਬੜੀ ਪੈ ਰਹੀ ਹੈ। ਵਾਹਿਗੁਰੂ ਮੁਖ ਉਚਰਤ ਚਲੋ, ਭਾਈ ਦਇਆ ਸਿੰਘ ਜੀਆਂ ਨੂੰ ਕਹਿਣ ਲੱਗਿਆ ਕਿ ਆਪਣੇ ਮੁਖ ਤੋਂ ਵਾਹਿਗੁਰੂ ਦਾ ਜਾਪ ਕਰਦੇ ਹੋਏ ਆਪਾਂ ਅੱਗੇ ਨੇੜੇ ਜਾਂਦੇ ਹਾਂ। ਦੇਖੋ ਨਿਕਟ ਹੋਏ ਪ੍ਰਭ ਮਿਲੋ, ਦੇਖਦੇ ਹਾਂ ਨੇੜੇ ਜਾ ਕੇ ਕਿ ਸਤਿਗੁਰੂ ਮਹਾਰਾਜ ਹੀ ਹੋਣਗੇ। ਮਾਨ ਸਿੰਘ ਤਵ ਗਇਓ ਨਜੀਕੇ, ਤਿੰਨੇ ਸਿੰਘਾਂ ਦੇ ਵਿੱਚੋਂ ਦੋ ਸਿੰਘ ਇੱਥੇ ਖੜੇ, ਭਾਈ ਮਾਨ ਸਿੰਘ ਜੀ ਅੱਗੇ ਨੇੜੇ ਹੁੰਦੇ ਹਨ। ਦੇਖੇ ਕਹਾ ਪਰੇ ਪ੍ਰੈ ਜੀ ਕੇ, ਤੇ ਦੇਖਣਾ ਕੀਤਾ ਕਿ ਇੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਮਾਛੀਵਾੜੇ ਦੇ ਜੰਗਲ ਦੇ ਵਿੱਚ ਆਰਾਮ ਬਸ ਹੋਏ ਹਨ। ਹੋਤੇ ਉਨੀ ਦੇ ਸ਼ਰਮ ਕੋ ਪਾਏ, ਜੋ ਬੜੇ ਲੰਮੇ ਸਮੇਂ ਤੋਂ ਜੰਗ ਯੁੱਧ ਕਰਦੇ ਹੋਏ ਉਨਿੰਦਰੇ ਹੋਣ ਦੇ ਕਾਰਨ ਇੱਥੇ ਆਰਾਮ ਬਸ ਹੋਏ ਹਨ। ਤਨ ਸੁਧ ਬਿਨ ਤਰ ਪਰ ਸਪਤਾਏ, ਸਤਿਗੁਰੂ ਮਹਾਰਾਜ ਇੱਕ ਵਸ ਬੜੇ ਆਨੰਦ ਦੇ ਸਮੇਤ ਆਰਾਮ ਬਸ ਹੋਏ ਹਨ। ਦੋਨੋਂ ਆਪਣੇ ਨਿਕਟ ਹਕਾਰੇ, ਭਾਈ ਮਾਨ ਸਿੰਘ ਜੀਆਂ ਨੇ ਦੋਨੇ ਸਿੰਘਾਂ ਨੂੰ ਆਪਣੇ ਪਾਸ ਬੁਲਾਉਣਾ ਕੀਤਾ। ਸੁਪਤ ਸੇਜ ਬਿਨ ਗੁਰੂ ਨਿਹਾਰੇ, ਦੇਖਣਾ ਕੀਤਾ ਕਿ ਕਿੱਥੇ ਸਤਿਗੁਰੂ ਮਹਾਰਾਜ ਜੀਆਂ ਦੇ ਵਾਸਤੇ ਬੜੀਆਂ ਮਹਿੰਗੀਆਂ ਮਹਿੰਗੀਆਂ ਸੋਹਣੀਆਂ ਸੋਹਣੀਆਂ ਸੇਜਾਂ ਤਿਆਰ ਕੀਤੀਆਂ ਜਾਂਦੀਆਂ ਸਨ। ਅੱਜ ਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਭੂਮ ਆਸਨ ਇਸ ਜੰਗਲ ਦੇ ਵਿੱਚ ਲੇਟੇ ਹੋਏ ਹਨ। ਤੀਨੋਂ ਪਦ ਪੰਕਜ ਕਰ ਨਮੋ, ਤਿੰਨਾਂ ਨੇ ਸਤਿਗੁਰੂ ਮਹਾਰਾਜ ਜੀਆਂ ਦੇ ਪਾਸ ਪਹੁੰਚ ਕੇ ਚਰਨਾਂ ਤੇ ਨਮਸਕਾਰ ਕੀਤੀ। ਹੇਤ ਜਗਾਵਨ ਕੇ ਤੇ ਸਮੋ, ਤਾਂ ਸਤਿਗੁਰੂ ਮਹਾਰਾਜ ਜੀਆਂ ਨੂੰ ਜਗਾਉਣ ਦੇ ਵਾਸਤੇ ਵਿਚਾਰ ਕੀਤੀ। ਕਰ ਮਸਲਤ ਕੋ ਚਾਹੇ ਜਗਾਇਓ, ਤਿੰਨੇ ਸਿੰਘ ਭਾਈ ਦਇਆ ਸਿੰਘ ਮਾਨ ਸਿੰਘ ਧਰਮ ਸਿੰਘ ਆਪਸ ਵਿੱਚ ਸਲਾਹ ਕਰਕੇ ਸਤਿਗੁਰੂ ਜੀਆਂ ਨੂੰ ਜਗਾਉਣਾ ਚਾਹੁੰਦੇ ਹਨ। ਧਰਮ ਸਿੰਘ ਤਵ ਹਾਥ ਚਲਾਇਓ, ਤਾਂ ਭਾਈ ਧਰਮ ਸਿੰਘ ਜੀਆਂ ਨੇ ਆਪਣਾ ਹੱਥ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਤੇ ਰੱਖਣਾ ਕੀਤਾ। ਪਦ ਅਰਬਿੰਦ ਬੈਠ ਕਰ ਗਏ, ਫਿਰ ਬੈਠ ਕੇ ਸਤਿਗੁਰੂ ਮਹਾਰਾਜ ਜੀਆਂ ਦੇ ਚਰਨ ਪਕੜ ਲਏ ਹਨ। ਸਨੇ ਸਨੇ ਮਸਲਤ ਮਿਰਦ ਅਹੇ, ਤਾਂ ਸਨੇ ਸਨੇ ਹੌਲੀ ਹੌਲੀ ਸਤਿਗੁਰੂ ਮਹਾਰਾਜ ਜੀਆਂ ਦੇ ਚਰਨਾਂ ਨੂੰ ਮਸਲਣਾ ਕੀਤਾ। ਤਾਂ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਨ ਤਿੰਨੋਂ ਸਿੰਘ ਮਿਲ ਕੇ। ਹੁਣ ਜਿਸ ਪ੍ਰਕਾਰ ਸਤਿਗੁਰੂ ਮਹਾਰਾਜ ਜੀਆਂ ਨੇ ਜਾਗਣਾ ਹੈ ਅਤੇ ਸਤਿਗੁਰੂ ਮਹਾਰਾਜ ਜੀਆਂ ਨੇ ਇਸ ਸਥਾਨ 'ਤੇ ਆਪਣੇ ਸਿੰਘਾਂ ਦੇ ਨਾਲ ਹੋਰ ਜੰਗ ਦੀ ਵਿਉਂਤਬੰਦੀ ਕਰਕੇ
ਫਿਰ ਭਾਈ ਗੁਲਾਬੇ ਦੇ ਖੂਹ ਤੇ ਪਹੁੰਚ ਕੇ ਉਸ ਸਥਾਨ ਤੇ ਭਾਈ ਗੁਲਾਬੇ ਦੇ ਨੌਕਰ ਨੇ ਸਤਿਗੁਰਾਂ ਜੀ ਨੂੰ ਦੇਖ ਕੇ ਭਾਈ ਗੁਲਾਬੇ ਨੂੰ ਜਾ ਕੇ ਖਬਰ ਕਰਨੀ ਹੈ ਕਿ ਉਸ ਸਥਾਨ ਤੇ ਜਾਂ ਤੇ ਗੁਰੂ ਮਹਾਰਾਜ ਜੀ ਹਨ ਜਾਂ ਉਹਨਾਂ ਦੇ ਕੋਈ ਮੁਖੀ ਸਿੰਘ ਪਹੁੰਚੇ ਹਨ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਪਦ ਅਰਬਿੰਦ ਬੈਠ ਕਰ ਗਏ, ਸਨੇ ਸਨੇ ਮਸਲਤ ਮਿਰਦ ਅਹੇ। ਪਦ ਅਰਬਿੰਦ ਬੈਠ ਕਰ ਗਏ, ਸਨੇ ਸਨੇ ਮਸਲਤ ਮਿਰਦ ਅਹੇ। हे अच्युत हे पार ब्रह्म ਅਵਨਾਸੀ ਅਗਨਾਸ।